ਚਰਚਾ ਛਿੜੀ ਹੋਈ ਆ ਕਿ ਰਾਸ਼ਟਰਪਤੀ ਰਾਜ ਲਗਾਇਆ ਜਾਵੇ। ਪੰਜਾਬ ਹੁਣ ਰਾਸ਼ਟਰਪਤੀ ਰਾਜ ਦੇ ਵੱਲ ਵਧ ਰਿਹਾ। ਅਸਲ ਪਹਿਲੂ ਕੀ ਕਹਿੰਦੇ ਨੇ ਕਿ ਇਹਨਾਂ ਸਥਿਤੀਆਂ ਦੇ ਵਿੱਚ ਰਾਸ਼ਟਰਪਤੀ ਰਾਜ ਲਗਾਇਆ ਜਾ ਸਕਦਾ। ਕਲੀਅਰ ਹੋ ਜਾਂਦੀ ਹੈ ਗੱਲ ਵੀ ਆਉਣ ਵਾਲਾ ਜਿਹੜਾ ਯੂਪੀ ਦਾ ਇਲੈਕਸ਼ਨ ਹੈ ਜਾਂ ਤੁਸੀਂ ਹੋਰ ਇਲੈਕਸ਼ਨ ਹੈ ਇਸ ਮੁੱਦੇ ਤੇ ਹਾਰੋਗੇ ਔਰ ਇਹ ਜਿਹੜੇ ਕਾਨੂੰਨ ਨੇ ਬੜੇ ਗਲਤ ਨੇ। ਕਿਸ ਤਰ੍ਹਾਂ ਤੁਸੀਂ ਇਹਨੂੰ ਜੋੜ ਕੇ ਦੇਖ ਸਕਦੇ ਹੋ ਕਿ ਤਿਰੰਗਾ ਯਾਤਰਾ ਕੱਢੇ ਰਹੀ ਆ ਜਦ ਕਿ ਪੰਜਾਬ ਦਾ ਮਾਹੌਲ ਬਿਲਕੁਲ ਸ਼ਾਂਤ ਸੀ। ਕੀ ਵਿਗੜੇ ਹੋਏ ਮਾਹੌਲ ਦੇ ਵਿੱਚ ਹੀ ਤਿਰੰਗਾ ਯਾਤਰਾ ਕੱਢੀ ਜਾ ਸਕਦੀ ਹੈ? ਆਰਟੀਕਲ 356 ਔਰ 365 ਦੇ ਅਧੀਨ ਰਾਸ਼ਟਰਪਤੀ ਰਾਜ ਦੀ ਜਿਹੜੀ ਘੋਸ਼ਣਾ ਕੀਤੀ ਜਾ ਸਕਦੀ ਹੈ, ਲੇਕਿਨ ਰਾਸ਼ਟਰਪਤੀ ਰਾਜ ਕਿਹਨਾਂ ਸਥਿਤੀਆਂ ਦੇ ਵਿੱਚ ਲੱਗਦਾ ਹੈ? ਉਹ ਅਲੱਗ-ਅਲੱਗ ਸਥਿਤੀਆਂ ਨੇ। ਇਸ ਰੈਲੀ ਸੰਬੰਧੀ ਕੋਈ ਉਤਸ਼ਾਹ ਨਹੀਂ ਸੀ। ਰੈਲੀ ਦੇ ਵਿੱਚ ਜਿਹੜੇ ਬੰਦੇ ਸੀਗੇ ਉਹ ਕਿਰਾਏ ਤੇ ਲਿਜਾਏ ਜਾ ਰਹੇ ਸੀਗੇ, ਉਹਨਾਂ ਨੂੰ ਦਿਹਾੜੀ ਦਿੱਤੀ ਜਾ ਰਹੀ ਸੀਗੀ। ਕੀ ਕੇਂਦਰ ਏਜੰਸੀਜ਼ ਦੋਸ਼ੀ ਨੇ ਇਸ ਸਾਰੇ ਵਿਰੋਧ ਦੇ ਵਿੱਚ ਜਾਂ ਪੰਜਾਬ ਦੀ ਜਿਹੜੀ ਏਜੰਸੀਆਂ ਨੇ ਇਹ ਵੀ ਬਰਾਬਰ ਦੀਆਂ ਭਾਈਵਾਲ ਨੇ? ਅਗਰ ਪੰਜਾਬ ਸਰਕਾਰ ਐਸਐਸਪੀ ਨੂੰ ਸਸਪੈਂਡ ਕਰ ਦਿੰਦੀ ਹੈ ਤਾਂ ਡਜ਼ ਨਾਟ ਮੀਨ ਕਿ ਪੰਜਾਬ ਸਰਕਾਰ ਦੋਸ਼ੀ ਹੈ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਆ ਸੰਸਾਰਦੀਪ, ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ। ਬੀਤੇ ਕੱਲ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੀ ਫੇਰੀ ਤੇ ਆਉਂਦੇ ਨੇ, ਜਿੱਥੇ ਫਿਰੋਜ਼ਪੁਰ ਦੇ ਵਿੱਚ ਉਹਨਾਂ ਦਾ ਇੱਕ ਬਹੁਤ ਵੱਡੀ ਰੈਲੀ ਨੂੰ ਸੰਬੋਧਨ ਕਰਨ ਦਾ ਪ੍ਰੋਗਰਾਮ ਸੀ। ਪਰ ਕਿਸਾਨਾਂ ਦੇ ਵਿਰੋਧ ਨੂੰ ਦੇਖਦੇ ਹੋਏ, ਪੰਜਾਬ ਦੀ ਸਥਿਤੀ ਨੂੰ ਦੇਖਦੇ ਹੋਏ ਬਿਲਕੁਲ ਮੌਕੇ ਤੇ ਆ ਕੇ ਪ੍ਰਧਾਨ ਮੰਤਰੀ ਵੱਲੋਂ ਉਸ ਰੈਲੀ ਨੂੰ ਸੰਬੋਧਨ ਕਰਨ ਦਾ ਪ੍ਰੋਗਰਾਮ ਜਿਹੜਾ ਮੁਲਤਵੀ ਕਰ ਦਿੱਤਾ ਜਾਂਦਾ, ਉਸ ਰੈਲੀ ਨੂੰ ਰੱਦ ਕਰ ਦਿੱਤਾ ਜਾਂਦਾ ਹੈ। ਜਿਸ ਦੇ ਬਾਅਦ ਪੰਜਾਬ ਦੇ ਸਿਆਸੀ ਹਲਕਿਆਂ ਦੇ ਵਿੱਚ ਇੱਕ ਚਰਚਾ ਬਹੁਤ ਜ਼ੋਰਾਂ ਦੇ ਨਾਲ ਛਿੜੀ ਹੋਈ ਆ ਕਿ ਹੁਣ ਪੰਜਾਬ ਰਾਸ਼ਟਰਪਤੀ ਰਾਜ ਦੇ ਵੱਲ ਵਧ ਰਿਹਾ। ਪੰਜਾਬ ਦੀ ਸਥਿਤੀ ਨੂੰ ਕਾਬੂ ਦੇ ਵਿੱਚ ਰੱਖਣ ਲਈ ਰਾਸ਼ਟਰਪਤੀ ਰਾਜ ਲਗਾਉਣਾ ਜਿਹੜਾ ਜ਼ਰੂਰੀ ਹੋ ਗਿਆ ਹੈ। ਅਸਲ ਕਾਰਨ ਕੀ ਹੁੰਦੇ ਨੇ, ਕਿਹੜੀਆਂ ਸਥਿਤੀਆਂ ਦੇ ਵਿੱਚ ਰਾਸ਼ਟਰਪਤੀ ਰਾਜ ਇੱਕ ਸਟੇਟ ਦੇ ਵਿੱਚ, ਇੱਕ ਰਾਜ ਦੇ ਵਿੱਚ ਲਗਾਇਆ ਜਾ ਸਕਦਾ, ਸਾਰੇ ਪਹਿਲੂਆਂ ਤੋਂ ਜਾਣੂ ਕਰਵਾਉਣ ਲਈ ਸਾਡੇ ਨਾਲ ਸੀਨੀਅਰ ਐਡਵੋਕੇਟ ਕਮਲ ਸੈਣੀ ਜੀ ਮੌਜੂਦ ਨੇ। ਗੱਲਬਾਤ ਕਰਦੇ ਹਾਂ ਕਿ ਆਖਰ ਜੋ ਪੰਜਾਬ ਦੀ ਮੌਜੂਦਾ ਸਥਿਤੀ ਹੈਗੀ ਆ ਕਿ ਇਹਨਾਂ ਨੂੰ ਦੇਖਦੇ ਹੋਏ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਦੀ ਸਥਾਪਨਾ ਕੀਤੀ ਜਾ ਸਕਦੀ ਹੈ। ਐਡਵੋਕੇਟ ਸਾਹਿਬ, ਬਹੁਤ ਬਹੁਤ ਸਵਾਗਤ ਪੰਜਾਬੀ ਲੋਕ ਚੈਨਲ। ਪੰਜਾਬੀ ਲੋਕ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਐਡਵੋਕੇਟ ਸਾਹਿਬ, ਕੱਲ੍ਹ ਜੋ ਹੋਇਆ, ਪ੍ਰਧਾਨ ਮੰਤਰੀ ਸਾਹਿਬ ਦਾ ਵਿਰੋਧ ਹੁੰਦਾ, ਫਿਰੋਜ਼ਪੁਰ ਰੈਲੀ ਰੱਦ ਹੋ ਜਾਂਦੀ ਆ, ਚਰਚਾ ਛਿੜੀ ਹੋਈ ਆ ਕਿ ਰਾਸ਼ਟਰਪਤੀ ਰਾਜ ਲਗਾਇਆ ਜਾਵੇ। ਪੰਜਾਬ ਹੁਣ ਰਾਸ਼ਟਰਪਤੀ ਰਾਜ ਦੇ ਵੱਲ ਵਧ ਰਿਹਾ। ਅਸਲ ਪਹਿਲੂ ਕੀ ਕਹਿੰਦੇ ਨੇ ਕਿ ਇਹਨਾਂ ਸਥਿਤੀਆਂ ਦੇ ਵਿੱਚ ਰਾਸ਼ਟਰਪਤੀ ਰਾਜ ਲਗਾਇਆ ਜਾ ਸਕਦਾ? ਇਸ ਸਾਰੇ ਸੰਦਰਭ ਨੂੰ ਜੇਕਰ ਅਸੀਂ ਦੇਖਣਾ ਹੈ ਤਾਂ ਸਭ ਤੋਂ ਪਹਿਲਾਂ ਸਾਨੂੰ ਪੰਜਾਬ ਦਾ ਜਿਹੜਾ ਪਿਛਲੇ 2 ਸਾਲਾਂ ਦਾ ਸਿਨੈਰੀਓ ਚੱਲ ਰਿਹਾ ਹੈ ਕਿਸਾਨੀ ਅੰਦੋਲਨ ਦਾ, ਉਹਦੇ ਜਾਣਾ ਪਵੇਗਾ। ਕਿਸਾਨੀ ਅੰਦੋਲਨ ਤੋਂ ਪਹਿਲਾਂ ਪੰਜਾਬ ਦੀ ਕੀ ਸਥਿਤੀ ਸੀ, ਕਿਸਾਨੀ ਅੰਦੋਲਨ ਤੋਂ ਬਾਅਦ ਪੰਜਾਬ ਕਿੱਥੇ ਖੜਾ ਹੈ। ਅਗਰ ਅਸੀਂ ਦੇਖੀਏ, ਆਜ਼ਾਦੀ ਤੋਂ ਬਾਅਦ ਸਾਨੂੰ ਬਹੁਤ ਲੰਮਾ ਸਮਾਂ ਆਪਣੇ ਹੱਕਾਂ ਲਈ ਸੰਘਰਸ਼ ਕਰਨਾ ਪਿਆ ਪੰਜਾਬ ਨੂੰ। 84 ਆਈ, 84 ਤੋਂ ਦੌਰ ਜਿਹੜਾ ਬਹੁਤ ਮਾੜਾ ਸ਼ੁਰੂ ਹੁੰਦਾ ਹੈ, ਪੰਜਾਬ ਦਾ ਘਾਣ ਹੁੰਦਾ ਹੈ, ਅਤੇ ਉੱਥੇ ਜਿਹੜੀ ਪੰਜਾਬ ਦੀ ਸਥਿਤੀ ਹੈ, ਖਾਸ ਕਰ ਸਿੱਖਾਂ ਦੀ ਸਥਿਤੀ ਹੈ, ਉਹ ਪੂਰੇ ਸੰਸਾਰ ਦੇ ਵਿੱਚ ਅੱਤਵਾਦੀ ਅਤੇ ਵੱਖਵਾਦੀ ਤੌਰ 'ਤੇ ਦਿਖਾਈ ਗਈ। ਲੰਮੇ ਸਮੇਂ ਤੋਂ ਬਾਅਦ ਜਦੋਂ ਕੇਂਦਰ ਦੇ ਖਿਲਾਫ ਪੰਜਾਬ ਤੋਂ ਮੂਵਮੈਂਟ ਉੱਠਦੀ ਹੈ, ਖਾਸ ਕਰ ਜਿਹੜੇ ਖੇਤੀਬਾੜੀ ਦੇ 3 ਕਾਨੂੰਨ ਸੀਗੇ, ਤਾਂ ਉਹਨੂੰ ਪੰਜਾਬ ਲੀਡ ਕਰਦਾ ਹੈ। ਪੰਜਾਬ ਬੇਸਿਕਲੀ ਸਿੱਖੀਜ਼ਮ ਦੇ ਨਾਲ ਜਾਣਿਆ ਜਾਂਦਾ ਹੈ। ਉਸ ਤੋਂ ਬਾਅਦ ਪ੍ਰਧਾਨ ਮੰਤਰੀ ਸਾਹਿਬ, ਉਹਨਾਂ ਦੀ ਕੈਬਨਿਟ ਲਗਾਤਾਰ, ਔਰ ਦੇਸ਼ ਦਾ ਜਿਹੜਾ ਨੈਸ਼ਨਲ ਮੀਡੀਆ ਹੈ ਉਹ ਪੰਜਾਬ 'ਤੇ ਹਮਲਾ ਕਰਦਾ ਹੈ ਕਿ ਇਹ ਅੱਤਵਾਦੀਆਂ ਦਾ ਅੰਦੋਲਨ ਹੈ, ਇਹ ਖਾਲਿਸਤਾਨੀਆਂ ਦਾ ਅੰਦੋਲਨ ਹੈ। ਲੇਕਿਨ ਕਿਤੇ ਨਾ ਕਿਤੇ ਇੱਕ ਸੀਗਮੈਂਟ 'ਤੇ ਲੋਕ ਇਸ ਗੱਲ ਨੂੰ ਨਕਾਰਦੇ ਨੇ, ਔਰ ਇਹ ਅੰਦੋਲਨ ਜਿਹੜਾ ਜਨ ਅੰਦੋਲਨ ਬਣਦਾ ਹੈ, ਇਹਦੀ ਪੂਰੇ ਦੇਸ਼ ਦੇ ਵਿੱਚ ਔਰ ਪੂਰੇ ਸੰਸਾਰ ਦੇ ਵਿੱਚ ਇਹਦੀ ਹੋਂਦ ਜਿਹੜੀ ਹੈ ਉਹ ਖੜੀ ਹੋ ਜਾਂਦੀ ਹੈ। ਉਸ ਤੋਂ ਬਾਅਦ ਚੁਣਾਵ ਆਉਂਦੇ ਨੇ, ਬਾਈ ਇਲੈਕਸ਼ਨ ਆਉਂਦੇ ਨੇ, ਕਲਕੱਤਾ ਦੇ ਇਲੈਕਸ਼ਨ ਵੀ ਆਉਂਦੇ ਨੇ, ਉਹਨਾਂ ਦੇ ਵਿੱਚ ਮੋਦੀ ਸਰਕਾਰ ਦੀ ਜ਼ਬਰਦਸਤ ਹਾਰ ਹੁੰਦੀ ਹੈ। CID ਦੀਆਂ ਰਿਪੋਰਟਾਂ ਜਿਹੜੀਆਂ ਉਹਨਾਂ ਦੇ ਆਪਣੇ ਇੰਟਰਨਲ ਏਜੰਸੀਆਂ ਉਹਨਾਂ ਦੀਆਂ ਸਰਵੇ ਕਰਦੀਆਂ ਨੇ, ਉਹਨਾਂ ਨੂੰ ਇਹ ਕਲੀਅਰ ਹੋ ਜਾਂਦੀ ਹੈ ਗੱਲ ਵੀ ਆਉਣ ਵਾਲਾ ਜਿਹੜਾ ਯੂਪੀ ਦਾ ਇਲੈਕਸ਼ਨ ਹੈ ਜਾਂ ਤੁਸੀਂ ਹੋਰ ਇਲੈਕਸ਼ਨ ਹੈ ਇਸ ਮੁੱਦੇ ਤੇ ਹਾਰੋਗੇ ਔਰ ਇਹ ਜਿਹੜੇ ਕਾਨੂੰਨ ਨੇ ਬੜੇ ਗਲਤ ਨੇ। ਉਸ ਤੋਂ ਬਾਅਦ ਇੱਕਦਮ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ 'ਤੇ ਆ ਕੇ ਜੋ ਮੋਦੀ ਜੀ ਦਾ ਜਿਸ ਤਰ੍ਹਾਂ ਰਵੱਈਆ ਰਿਹਾ ਕਿ ਇੱਕਦਮ ਆ ਕੇ ਉਹਨਾਂ ਨੇ ਅਨਾਊਂਸ ਕਰਨਾ ਕਿਸੇ ਵੀ ਚੀਜ਼ ਨੂੰ, ਉਹ ਇੱਕ 3 ਕਾਨੂੰਨ ਵਾਪਸ ਲੈਂਦੇ ਨੇ। ਉਸ ਕਾਨੂੰਨਾਂ ਤੋਂ ਵਾਪਸ ਲੈਣ 'ਤੇ ਜਿਹੜੇ ਪੰਜਾਬ ਦੇ ਸੰਘਰਸ਼ ਦੀ ਪੋਜ਼ੀਟਿਵਿਟੀ ਹੈ, ਸੱਚਾਈ ਹੈ ਪੰਜਾਬ ਦੀ, ਉਹ 'ਤੇ ਇੱਕ ਸੰਸਾਰ ਪੱਧਰ 'ਤੇ ਵੱਡੀ ਮੋਹਰ ਲੱਗਦੀ ਹੈ। ਇਹਦੇ ਨਾਲ ਪੰਜਾਬ ਦਾ ਅਕਸ ਜਿਹੜਾ ਹੈ, ਜੋ ਪਿਛਲੇ ਲੰਮੇ ਸਮੇਂ ਤੋਂ ਅੱਤਵਾਦੀ ਅਤੇ ਵੱਖਵਾਦੀ ਦਿਖਾਇਆ ਗਿਆ ਸੀਗਾ, ਉਹ ਬਹੁਤ ਤਰ੍ਹਾਂ ਮਿਟ ਜਾਂਦਾ ਹੈ। ਅਤੇ ਪੰਜਾਬ ਔਰ ਪੰਜਾਬੀਅਤ ਔਰ ਖਾਸ ਕਰ ਸਿੱਖ ਬਹੁਤ ਉੱਚੇ ਹੋ ਕੇ ਸੰਸਾਰ ਦੇ ਵਿੱਚ
ਖੜੇ ਹੁੰਦੇ ਦਿਖਦੇ ਨੇ। ਤੇ ਮਾਈਨੋਰਟੀ ਹੋਣ ਦੇ ਬਾਵਜੂਦ ਜਦੋਂ ਇਹ ਗੱਲ ਖੜੇ ਹੋ ਕੇ ਦਿਖਦੀ ਹੈ ਤਾਂ ਫਿਰ ਜਿਹੜਾ ਦੌਰ ਹੈ ਪੰਜਾਬ ਦੇ ਇਲੈਕਸ਼ਨਾਂ ਨੂੰ ਲੈ ਕੇ, ਇਹਨੂੰ ਕਿਸ ਤਰ੍ਹਾਂ ਐਂਟੀ ਸਿੱਖ ਕਰਨਾ ਹੈ, ਐਂਟੀ ਪੰਜਾਬ ਕਰਨਾ ਹੈ ਲੋਕਾਂ ਨੂੰ, ਉਹ ਦੌਰ ਸ਼ੁਰੂ ਹੁੰਦਾ ਹੈ। ਉਸ ਦੌਰ ਦੇ ਵਿੱਚ ਸਭ ਤੋਂ ਪਹਿਲਾ ਜਿਹੜਾ ਰੋਲ ਹੈ ਉਹ ਕੇਜਰੀਵਾਲ ਦੀ ਪਾਰਟੀ ਅਦਾ ਕਰਦੀ ਹੈ। ਉਹ ਪੰਜਾਬ ਦੇ ਵਿੱਚ ਤਿਰੰਗਾ ਯਾਤਰਾ ਔਰ ਸ਼ਾਂਤੀ ਮਾਰਚ ਕੱਢਦੀ ਹੈ। ਜਦੋਂ ਕਿ ਇਹ ਗੱਲ ਕਲੀਅਰ ਹੋ ਜਾਣੀ ਚਾਹੀਦੀ ਹੈ ਵੀ ਪੰਜਾਬ 'ਚ ਐਸੀ ਕੋਈ ਘਟਨਾ ਨਹੀਂ ਸੀ, ਨਾ ਹੀ ਅਸੀਂ ਤਿਰੰਗੇ ਦੇ ਵਿਰੋਧ ਵਿੱਚ ਸੀਗੇ, ਨਾ ਹੀ ਅਸੀਂ ਸ਼ਾਂਤੀ ਭੰਗ ਕਰਨ ਦੇ ਹੱਕ ਵਿੱਚ ਸੀਗੇ। ਤਿਰੰਗਾ ਯਾਤਰਾ ਦੀ ਤੁਸੀਂ ਨੇ ਜ਼ਿਕਰ ਕੀਤਾ, ਤਿਰੰਗਾ ਯਾਤਰਾ ਕੱਢਦੀ ਹੈ। ਤਿਰੰਗਾ ਯਾਤਰਾ ਦੇਸ਼ ਦੇ ਤਿਰੰਗੇ ਨੂੰ ਨਾਲ ਲੈ ਕੇ ਇੱਕ ਰੈਲੀ ਕਹਿ ਲਈਏ ਜਾਂ ਯਾਤਰਾ ਕਹਿ ਲਈਏ, ਇਸ ਦੇ ਵਿੱਚ ਗਲਤ ਕੀ ਹੈ? ਇਸ ਦੇ ਨਾਲ ਕਿਸ ਤਰ੍ਹਾਂ ਤੁਸੀਂ ਇਹਨੂੰ ਜੋੜ ਕੇ ਦੇਖ ਸਕਦੇ ਹੋ ਕਿ ਤਿਰੰਗਾ ਯਾਤਰਾ ਕੱਢੇ ਰਹੀ ਆ ਜਦ ਕਿ ਪੰਜਾਬ ਦਾ ਮਾਹੌਲ ਬਿਲਕੁਲ ਸ਼ਾਂਤ ਸੀ? ਕੀ ਵਿਗੜੇ ਹੋਏ ਮਾਹੌਲ ਦੇ ਵਿੱਚ ਹੀ ਤਿਰੰਗਾ ਯਾਤਰਾ ਕੱਢੀ ਜਾ ਸਕਦੀ ਆ? ਦੇਖੋ, ਅਗਰ ਤਿਰੰਗੇ ਦੇ ਖਿਲਾਫ ਪੰਜਾਬ ਦੇ ਵਿੱਚ ਕੋਈ ਵਿਦਰੋਹ ਹੁੰਦਾ, ਤਿਰੰਗੇ ਦੇ ਖਿਲਾਫ ਅਸੀਂ ਕੋਈ ਮੂਵਮੈਂਟ ਚਲਾਈ ਹੁੰਦੀ ਪੰਜਾਬੀਆਂ ਨੇ ਕਿਸਾਨ ਅੰਦੋਲਨ ਦੇ ਦੌਰਾਨ, ਤਾਂ ਇਹ ਜਾਇਜ਼ ਸੀਗਾ। ਲੇਕਿਨ ਇੱਕ ਸ਼ਾਂਤ ਸਟੇਟ ਦੇ ਵਿੱਚ ਆ ਕੇ ਜਿਹਨੇ ਪੂਰੇ ਸੰਸਾਰ ਦੇ ਵਿੱਚ ਇਹ ਗੱਲ ਕੀਤੀ ਹੈ ਵੀ ਤਿੰਨੇ ਕਾਨੂੰਨ ਬੜੇ ਸ਼ਾਂਤੀ ਦੇ ਨਾਲ ਭਾਰਤ ਦੀ ਸੰਸਦ ਤੋਂ ਵਾਪਸ ਕਰਵਾਏ ਹੈ, ਉਸ ਸਟੇਟ ਦੇ ਵਿੱਚ ਆ ਕੇ ਤੁਸੀਂ ਤਿਰੰਗਾ ਯਾਤਰਾ ਕੱਢਣੀ, ਵੋਟਾਂ ਦਾ ਤੁਸੀਂ ਤੁਸ਼ਟੀਕਰਨ ਕਰਨਾ, ਜਿਹੜੀ ਸੰਸਾਰ ਤੇ ਪੰਜਾਬ ਦੀ ਇਮੇਜ ਗਈ ਹੈ ਉਸ ਇਮੇਜ ਨੂੰ ਤੁਸੀਂ ਤੋੜਨ ਦੇ ਲਈ ਇਹ ਰਣਨੀਤੀ ਨਾਲ ਤੁਸੀਂ ਤਿਰੰਗਾ ਯਾਤਰਾ ਕੱਢਦੇ ਹੋ। ਫਿਰ ਤੁਸੀਂ ਪੰਜਾਬ 'ਚ ਸ਼ਾਂਤੀ ਯਾਤਰਾ ਕਰਦੇ ਹੋ, ਜਦ ਕਿ ਅਜਿਹੀ ਪੰਜਾਬ ਦੇ ਵਿੱਚ ਕੋਈ ਗੱਲ ਨਹੀਂ ਸੀ। ਦੂਸਰਾ ਸਵਾਲ, ਜਦੋਂ ਦਿੱਲੀ ਦੇ ਵਿੱਚ ਦੰਗੇ ਹੁੰਦੇ ਹੈ ਜਨਵਰੀ 2020 ਦੇ ਵਿੱਚ, ਉਦੋਂ ਦਿੱਲੀ ਦੇ ਵਿੱਚ ਤਿਰੰਗਾ ਯਾਤਰਾ, ਉਦੋਂ ਸ਼ਾਂਤੀ ਮਾਰਚ ਕੇਜਰੀਵਾਲ ਦੀ ਸਰਕਾਰ ਨਹੀਂ ਕੱਢ ਸਕੀ। ਦਿੱਲੀ ਉਹਨਾਂ ਦੀ ਸਟੇਟ ਸੀ, 62 MLA ਉਹਨਾਂ ਦੇ ਸੀਗੇ, ਸਭ ਕੁਝ ਉਹਨਾਂ ਦਾ ਸੀਗਾ। ਇਹ ਪੰਜਾਬ ਨੂੰ ਸੇਕ ਤੇ ਲਾਉਣ ਦੀ ਗੱਲ ਹੈ। ਬਹੁਤ ਗਿਣੀ ਮਿੱਥੀ ਸਾਜ਼ਿਸ਼ ਦੇ ਤਹਿਤ ਪੰਜਾਬ ਦੇ ਵਿਰੁੱਧ ਬਹੁਤ ਵੱਡੇ ਪੱਧਰ ਦੀਆਂ ਕਾਰਵਾਈਆਂ ਜਿਹੜੀਆਂ ਨੇ ਇਹ ਏਜੰਸੀਆਂ ਦੇ ਰਾਹੀਂ ਹੁੰਦੀਆਂ ਆ ਰਹੀਆਂ ਨੇ। ਰਾਸ਼ਟਰਪਤੀ ਰਾਜ ਦੀ ਵਾਰ-ਵਾਰ ਗੱਲ ਕੀਤੀ ਜਾ ਰਹੀ ਹੈ। ਜਦੋਂ ਤੋਂ ਭਾਰਤੀ ਪ੍ਰਧਾਨ ਮੰਤਰੀ ਵਾਪਸ ਗਏ ਨੇ, ਉਹਨਾਂ ਦੇ ਜਾਣ ਤੋਂ ਬਾਅਦ ਅੱਜ ਪ੍ਰਧਾਨ ਮੰਤਰੀ ਸਾਹਿਬ ਰਾਸ਼ਟਰਪਤੀ ਸਾਹਿਬ ਨੂੰ ਮਿਲ ਕੇ ਆਉਂਦੇ ਨੇ। ਇਸ ਸੰਦਰਭ ਦੇ ਵਿੱਚ ਕਾਨੂੰਨ ਕੀ ਕਹਿੰਦਾ, ਕਾਨੂੰਨੀ ਪ੍ਰਕਿਰਿਆ ਕੀ ਕਹਿੰਦੀ ਆ, ਕਿੰਨਾਂ ਸਥਿਤੀਆਂ ਦੇ ਵਿੱਚ ਰਾਸ਼ਟਰਪਤੀ ਰਾਜ ਜਿਹੜਾ ਲਗਾਇਆ ਜਾ ਸਕਦਾ ਇੱਕ ਸੂਬੇ ਦੇ ਵਿੱਚ? ਦੇਖੋ, ਕਾਨੂੰਨ ਬਹੁਤ ਵਾਈਡ ਹੈ। ਆਰਟੀਕਲ 356 ਔਰ 365 ਦੇ ਅਧੀਨ ਰਾਸ਼ਟਰਪਤੀ ਰਾਜ ਦੀ ਜਿਹੜੀ ਘੋਸ਼ਣਾ ਕੀਤੀ ਜਾ ਸਕਦੀ ਹੈ। ਲੇਕਿਨ ਰਾਸ਼ਟਰਪਤੀ ਰਾਜ ਕਿਹਨਾਂ ਸਥਿਤੀਆਂ ਦੇ ਵਿੱਚ ਲੱਗਦਾ ਹੈ? ਉਹ ਅਲੱਗ-ਅਲੱਗ ਸਥਿਤੀਆਂ ਨੇ। ਚੁਣੀ ਹੋਈ ਸਰਕਾਰ ਅਗਰ ਲੋਕਾਂ ਦੇ ਇੱਛਾ ਅਨੁਸਾਰ ਕੰਮ ਨਹੀਂ ਕਰਦੀ, ਸੰਵਿਧਾਨ ਅਨੁਸਾਰ ਕੰਮ ਨਹੀਂ ਕਰਦੀ, ਜਾਂ ਇੰਨੀ ਕੋਈ ਐਮਰਜੈਂਸੀ ਆ ਜਾਂਦੀ ਹੈ, ਕਤਲੋ ਗਾਰਦ, ਜਾਂ ਇੰਨੀ ਅਸ਼ਾਂਤੀ ਆ ਜਾਂਦੀ ਆ, ਜਾਂ ਇਕਨੋਮਿਕਸ ਕ੍ਰਾਈਸਿਸ ਬਹੁਤ ਹੋ ਜਾਂਦੇ ਨੇ, ਤਾਂ ਉਹਨਾਂ ਸਥਿਤੀਆਂ ਨੂੰ ਪਾਰਟੀਕੂਲਰ ਨਜ਼ਰ ਦੇ ਵਿੱਚ ਦੇਖ ਕੇ ਰਾਸ਼ਟਰਪਤੀ ਰਾਜ ਜਿਹੜਾ ਉਹ ਰਾਸ਼ਟਰਪਤੀ ਰਾਜ ਲਗਾਇਆ ਜਾ ਸਕਦਾ ਹੈਗਾ। ਪਰ ਪੰਜਾਬ ਦੇ ਸੰਦਰਭ ਵਿੱਚ ਜੇ ਅਸੀਂ ਦੇਖੀਏ, ਅਗਰ ਖਾਸ ਕਰ ਮੋਦੀ ਸਾਹਿਬ ਦੀ ਯਾਤਰਾ ਨੂੰ ਦੇਖੀਏ, ਕਿਉਂਕਿ ਸਿਆਸੀ ਚੁਣਾਵ ਹੈ, ਸਿਆਸੀ ਦੌਰ ਹੈ, ਔਰ ਸਿਆਸਤ ਤੋਂ ਕੋਈ ਵੀ ਗੱਲ ਜਿਹੜੀ ਹੈ ਉਹ ਛਿਪੀ ਨਹੀਂ ਰਹਿੰਦੀ ਹੈਗੀ। ਕਈ ਵਾਰੀ ਅਸੀਂ ਸੰਸਾਰ ਪੱਧਰ 'ਤੇ ਵੀ ਦੇਖਿਆ, ਸਟੇਟ ਪੱਧਰ 'ਤੇ ਵੀ ਦੇਖਿਆ ਵੀ ਜਦੋਂ ਤੁਸੀਂ ਕਿਸੇ ਦਾ ਅਕਸ ਵਿਗਾੜਨਾ ਹੈ ਜਾਂ ਕਿਸੇ ਸਟੇਟ ਨੂੰ, ਕਿਸੇ ਖਾਸ ਕਮਿਊਨਿਟੀ ਨੂੰ ਤੁਸੀਂ ਸਟੇਕ 'ਤੇ ਲਾਉਣਾ, ਤਾਂ ਉਹਦੇ ਖਿਲਾਫ ਗਿਣੀ ਮਿੱਥੀ ਪਲਾਨਿੰਗ ਦੇ ਨਾਲ ਕੁਝ ਗੱਲਾਂ ਹੁੰਦੀਆਂ ਨੇ ਤੇ ਕੁਝ ਹਾਲਾਤ ਮੁਤਾਬਿਕ ਗੱਲਾਂ ਉਹਦੇ ਖਿਲਾਫ ਚਲੀਆਂ ਜਾਂਦੀਆਂ ਨੇ। ਅਗਰ ਅਸੀਂ ਮੋਦੀ ਸਾਹਿਬ ਦੀ ਰੈਲੀ ਨੂੰ ਦੇਖਦੇ ਹਾਂ, ਇਹ ਤਾਂ ਮੋਦੀ ਸਾਹਿਬ ਨੂੰ ਪਤਾ ਸੀਗਾ, ਖੁਫੀਆ ਏਜੰਸੀਆਂ ਨੂੰ ਪਤਾ ਸੀ ਵੀ ਬਹੁਤ ਵੱਡੇ ਪੱਧਰ 'ਤੇ ਜਿਹੜਾ ਵਿਰੋਧ ਹੈ ਉਹ ਸਾਡੇ ਸੰਗਠਨ ਮੋਦੀ ਸਾਹਿਬ ਦਾ ਕਰਦੇ ਨੇ। ਬਿਲਕੁਲ। ਦੂਸਰੀ ਗੱਲ ਹੈ, ਮੋਦੀ ਸਾਹਿਬ ਦੀ ਜਿਹੜੀ 3 ਜਨਵਰੀ ਦੀ ਪ੍ਰੈਸ ਰਿਲੀਜ਼ ਹੈਗੀ ਆ, ਉਹਦੇ ਵਿੱਚ ਹੁਸੈਨੀ ਵਾਲਾ ਜਾਣਾ ਕਿਤੇ ਹੈ ਨਹੀਂ। ਜਦੋਂ ਕੋਈ ਤੇ ਆ ਕੇ ਜਿਹੜਾ ਰੋਡ ਮੈਪ ਆ ਜਾਂ ਮੌਕੇ 'ਤੇ ਆ ਕੇ ਸ਼ਡਿਊਲ ਆ ਜਿਹੜਾ ਕਿਤੇ ਨਾ ਕਿਤੇ ਉਹਦੇ ਵਿੱਚ ਫੇਰ ਬਦਲ ਕੀਤਾ ਗਿਆ। ਜਦੋਂ ਮੌਕੇ 'ਤੇ ਆ ਕੇ ਤੁਸੀਂ ਸ਼ਡਿਊਲ ਚੇਂਜ ਕਰਦੇ ਹੋ ਤਾਂ ਉਸ ਦੇ ਵਿੱਚ ਹੈ। ਹੁਣ ਦੂਸਰੀ ਗੱਲ ਹੈ, ਜਿੱਥੇ ਮੋਦੀ ਸਾਹਿਬ ਜਾ ਰਹੇ ਸੀ ਉਸ ਰੋਡ 'ਤੇ ਅਗਰ ਕਿਸਾਨ ਜਥੇਬੰਦੀਆਂ ਜਾਂ ਕੋਈ ਕਿਸਾਨ ਮਜ਼ਦੂਰ ਜਥੇਬੰਦੀਆਂ ਪਹਿਲੇ ਬੈਠੀਆਂ ਸੀ ਤਾਂ ਉਹ ਰੂਟ ਹੀ ਕਿਉਂ ਚੁਣਿਆ ਗਿਆ? ਕਿਉਂਕਿ ਜਥੇਬੰਦੀਆਂ ਤਾਂ ਕਈ ਦਿਨਾਂ ਤੋਂ ਉਹਦਾ ਵਿਰੋਧ ਕਰਦੀਆਂ ਸੀਗੀਆਂ। ਜਾਂ ਅਸੀਂ ਇਹ ਦੇਖ ਲੈਂਦੇ ਹਾਂ ਕਿ ਇਹ ਕੈਲਕੂਲੇਟਡ ਵੇ ਤਾਂ ਨਹੀਂ ਸੀ, ਇੱਦਾਂ ਦੀ ਕੋਈ ਘਟਨਾ ਨਹੀਂ ਹੋਈ, ਕੋਈ ਹਿੰਸਕ ਘਟਨਾ ਨਹੀਂ ਹੋਈ। ਅਗਰ ਮੋਦੀ ਸਾਹਿਬ ਦੀ ਰੈਲੀ ਦੀ ਤਿਆਰੀ ਵੀ ਚੱਲ ਰਹੀ ਸੀ ਤਾਂ ਕਿਸੇ ਵੀ ਕਾਰਨਰ 'ਤੇ ਪੰਜਾਬ ਦੇ ਵਿੱਚ ਬੀਜੇਪੀ ਤੇ ਵਰਕਰਾਂ ਦੇ ਖਿਲਾਫ ਕੋਈ ਹਿੰਸਕ ਕਾਰਵਾਈ ਨਹੀਂ ਹੋਈ। ਕੋਈ ਸਾਰਾ ਜਿਹੜਾ ਵਿਰੋਧ ਸੀ ਉਹ ਲੋਕਤੰਤਰਿਕ ਵਿਰੋਧ ਸੀ, ਜਿਹਦਾ ਕਿ ਹਰ ਨਾਗਰਿਕ ਨੂੰ ਅਧਿਕਾਰ ਹੈ। ਸਰ, ਲੋਕਤੰਤਰਿਕ ਤਰੀਕੇ ਨਾਲ ਵਿਰੋਧ ਕਰਨ ਦਾ ਅਧਿਕਾਰ ਹੈ। ਤੁਸੀਂ ਕਿਹਾ ਕਿ ਹਿੰਸਕ ਘਟਨਾ ਨਹੀਂ ਹੋਈ, ਕਿ ਸ਼ਾਂਤਮਈ ਤਰੀਕੇ ਨਾਲ ਕੀਤੇ ਗਏ ਵਿਰੋਧ ਨੂੰ
ਰਾਸ਼ਟਰਪਤੀ ਰਾਜ ਵੱਲ ਦਾ ਕਦਮ ਜਿਹੜਾ ਦੱਸਿਆ ਜਾ ਸਕਦਾ ਹੈ, ਇਸ ਨੂੰ ਆਧਾਰ ਬਣਾਇਆ ਜਾ ਸਕਦਾ ਸ਼ਾਂਤਮਈ ਤਰੀਕੇ ਨਾਲ ਕੀਤੇ ਹੋਏ ਵਿਰੋਧ ਨੂੰ? ਨਹੀਂ, ਅੱਜ ਦੀ ਸਥਿਤੀ ਦੇ ਵਿੱਚ ਅਗਰ ਅਸੀਂ ਪੰਜਾਬ ਦੀ ਸਥਿਤੀ ਦੇਖੀਏ ਔਰ ਬੀਜੇਪੀ ਦੀ ਖਾਸ ਤੌਰ ਤੇ ਸਥਿਤੀ ਦੇਖੀਏ ਤਾਂ ਜੇਕਰ ਉਹ ਅਜਿਹਾ ਕਾਰਨਾਮਾ ਕਰਦੇ ਨੇ ਤਾਂ ਇਹ ਪੰਜਾਬ ਦੀ ਸਿਆਸਤ ਔਰ ਦੇਸ਼ ਦੀ ਸਿਆਸਤ ਲਈ ਬਹੁਤ ਘਾਤਕ ਕਦਮ ਹੋਵੇਗਾ। ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਪ੍ਰਦਰਸ਼ਨ ਹੈ ਉਹ ਸ਼ਾਂਤਮਈ ਹੈ। ਪੰਜਾਬ ਦੇ ਵਿੱਚ ਪ੍ਰਦਰਸ਼ਨ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਲੈਕਸ਼ਨਾਂ ਦੇ ਦੌਰਾਨ ਜਦੋਂ ਇਲੈਕਸ਼ਨ ਹੋਣੇ ਨੇ ਉਦੋਂ ਵੀ ਇਹ ਕਿਸਾਨ ਜਥੇਬੰਦੀਆਂ ਦਾ, ਮੌਜੂਦ ਜਥੇਬੰਦੀਆਂ ਦਾ ਜਾਂ ਹੋਰ ਜਿਹੜੀਆਂ ਸੰਗਠਨ ਹੈਗੇ ਨੇ ਉਹਨਾਂ ਦਾ ਪ੍ਰਦਰਸ਼ਨ ਨਿਰੰਤਰ ਜਾਰੀ ਹੈ। ਸੋ ਇਸ ਗੱਲ ਨੂੰ ਸ਼ਾਂਤਮਈ ਤਰੀਕੇ ਵਾਲੇ ਅੰਦੋਲਨ ਨੂੰ ਆਧਾਰ ਨਹੀਂ ਬਣਾਇਆ ਜਾ ਸਕਦਾ। ਦੂਸਰਾ ਪਹਿਲੂ ਇਹ ਹੈ ਕਿ ਬੀਜੇਪੀ ਪੰਜਾਬ ਦੇ ਵਿੱਚ ਨਾ ਮਾਤਰ ਹੈ। ਕੁਝ ਖਾਸ ਚੁਣਿੰਦਾ ਵਰਗ ਦੇ ਲੋਕ ਜਿਹੜੇ ਬੀਜੇਪੀ ਜੁਆਇਨ ਕਰ ਰਹੇ ਨੇ ਉਹ ਇਸ ਕਰਕੇ ਜੁਆਇਨ ਕਰ ਰਹੇ ਨੇ ਕਿ ਉਹ ਹਮੇਸ਼ਾ ਸਿਆਸਤ ਦੇ ਵਿੱਚ ਉਹਨਾਂ ਦੇ ਪਰਿਵਾਰ, ਉਹਨਾਂ ਦੇ ਕੁਨਬੇ ਖੜੇ ਰਹਿਣ। ਸੋ ਕੋਈ ਬੀਜੇਪੀ ਦੀ ਪੰਜਾਬ ਦੇ ਵਿੱਚ ਕੋਈ ਲੋਕ ਲਹਿਰ ਨਹੀਂ ਹੈ, ਇਹ ਸਾਨੂੰ ਮੰਨਣਾ ਪਏਗਾ। ਔਰ ਦੂਸਰੀ ਗੱਲ ਹੈ ਕਿ ਜਿਹੜੀ ਰੈਲੀ ਸੀ, ਤੁਸੀਂ ਸਾਰੇ ਨਜ਼ਰੀਏ ਤੋਂ ਦੇਖਿਓ, ਅਗਰ ਇੱਕ ਰੈਲੀ ਲਈ ਪ੍ਰਧਾਨ ਮੰਤਰੀ ਸਾਹਿਬ ਆ ਰਹੇ ਨੇ ਲੰਮੇ ਸਮੇਂ ਤੋਂ ਬਾਅਦ, ਲਗਭਗ 2 ਸਾਲਾਂ ਬਾਅਦ ਆ ਰਹੇ ਨੇ, ਤਾਂ ਲੋਕਾਂ ਵਿੱਚ ਵੈਸੇ ਉਤਸ਼ਾਹ ਹੁੰਦਾ ਹੈ। ਇਸ ਰੈਲੀ ਸੰਬੰਧੀ ਕੋਈ ਉਤਸ਼ਾਹ ਨਹੀਂ ਸੀ। ਰੈਲੀ ਦੇ ਵਿੱਚ ਜਿਹੜੇ ਬੰਦੇ ਸੀਗੇ ਉਹ ਕਿਰਾਏ ਤੇ ਲਿਜਾਏ ਜਾ ਰਹੇ ਸੀਗੇ, ਉਹਨਾਂ ਨੂੰ ਦਿਹਾੜੀ ਦਿੱਤੀ ਜਾ ਰਹੀ ਸੀਗੀ। ਹੋ ਸਕਦਾ ਜਿਹੜੇ ਅਹੁਦੇਦਾਰ ਨੇ ਜਾਂ ਆਫਿਸ ਬੀਅਰਰ ਨੇ ਬੀਜੇਪੀ ਦੇ ਉਹ ਵਲੰਟਰੀ ਜਾ ਰਹੇ ਸੀ, ਪਰ ਬਾਕੀ ਜਿਹੜੀ ਭੀੜ ਇਕੱਠੀ ਕਰਨ ਦਾ ਨਜ਼ਰੀਆ ਸੀਗਾ ਉਹ ਅਲੱਗ ਨਜ਼ਰੀਆ ਸੀਗਾ। ਸਰ, ਗੱਲ ਕਰੀਏ ਕਿ ਭਾਰਤੀ ਪ੍ਰਧਾਨ ਮੰਤਰੀ ਦਾ ਕਾਫਲਾ ਜਿਹੜਾ ਇੱਕ ਪੁਲ ਦੇ ਉੱਪਰ 15 ਤੋਂ 20 ਮਿੰਟ ਖੜਿਆ ਰਹਿ ਜਾਂਦਾ, ਜਿੱਥੇ ਕਿਸਾਨ ਜਿਹੜੇ ਨੇ ਵਿਰੋਧ ਕਰਦੇ ਨੇ, ਪ੍ਰਧਾਨ ਮੰਤਰੀ ਸਾਹਿਬ ਦੇ ਖਿਲਾਫ ਨਾਅਰੇ ਲੱਗਦੇ ਨੇ, ਉਹਨਾਂ ਖਿਲਾਫ ਗੁੱਸਾ ਜ਼ਾਹਿਰ ਕੀਤਾ ਜਾਂਦਾ। ਦੋਸ਼ ਜਿਹੜੇ ਨੇ ਪੰਜਾਬ ਦੀ ਪੁਲਿਸ ਨੂੰ ਦਿੱਤੇ ਜਾਂਦੇ ਨੇ, ਪੰਜਾਬ ਦੀਆਂ ਸਿਕਿਉਰਿਟੀ ਏਜੰਸੀਜ਼ ਨੂੰ ਦਿੱਤੇ ਜਾਂਦੇ ਨੇ, ਜਦੋਂ ਕਿ ਕੇਂਦਰ ਦੀਆਂ ਏਜੰਸੀਜ਼ ਨੂੰ ਵੀ ਪਤਾ ਸੀ ਕਿ ਕਿਸਾਨ ਜਿਹੜੇ ਨੇ ਪ੍ਰਧਾਨ ਮੰਤਰੀ ਸਾਹਿਬ ਦਾ ਵਿਰੋਧ ਕਰਨਗੇ। ਅਸਲ ਦੋਸ਼ੀ ਕੌਣ ਆ? ਕਿ ਕੇਂਦਰ ਏਜੰਸੀਜ਼ ਦੋਸ਼ੀ ਨੇ ਇਸ ਸਾਰੇ ਵਿਰੋਧ ਦੇ ਵਿੱਚ, ਜਾਂ ਪੰਜਾਬ ਦੀ ਜਿਹੜੀ ਏਜੰਸੀਆਂ ਨੇ ਇਹ ਵੀ ਬਰਾਬਰ ਦੀਆਂ ਭਾਈਵਾਲ ਨੇ? ਦੇਖੋ, ਜਿਹੜੀ ਗ੍ਰਹਿ ਮੰਤਰਾਲੇ ਹੈ, ਗ੍ਰਹਿ ਮੰਤਰਾਲੇ ਦੇ ਕੋਲ ਪੂਰੀ ਰਿਪੋਰਟ ਹੁੰਦੀ ਹੈ। ਖੁਫੀਆ ਏਜੰਸੀਆਂ ਗ੍ਰਹਿ ਮੰਤਰਾਲੇ ਦੇ ਅਧੀਨ ਕੰਮ ਕਰਦੀਆਂ ਨੇ। ਨੈਸ਼ਨਲ ਸਾਡੇ ਸਿਕਿਉਰਿਟੀ ਐਡਵਾਈਜ਼ਰ ਨੇ, ਉਹਨਾਂ ਨੂੰ ਸਾਰਾ ਪਤਾ ਸੀਗਾ ਕਿ ਪੰਜਾਬ ਦੇ ਵਿੱਚ ਲਗਾਤਾਰ ਜਿਹੜਾ ਮੋਦੀ ਸਾਹਿਬ ਦੀ ਰੈਲੀਆਂ ਦਾ ਵਿਰੋਧ ਹੈ ਉਹ ਅਲੱਗ-ਅਲੱਗ ਜਗ੍ਹਾ, ਅਲੱਗ-ਅਲੱਗ ਡਿਸਟ੍ਰਿਕਟ ਹੈੱਡਕੁਆਟਰ 'ਤੇ ਹੋ ਰਿਹਾ ਹੈਗਾ। ਈਵਨ ਕਿ ਕਸਬਿਆਂ ਵਿੱਚ ਵੀ ਉਹਨਾਂ ਦਾ ਵਿਰੋਧ ਹੋ ਰਿਹਾ ਹੈਗਾ। ਤਾਂ ਜਿਹੜਾ ਇਹ ਰੂਟ ਸੀਗਾ, ਗੱਲ ਇਹ ਹੈ ਕਿ ਇਹ ਰੂਟ 3 ਜਨਵਰੀ ਦੇ ਪਲਾਨ ਦੇ ਵਿੱਚ ਨਹੀਂ ਸੀਗਾ। ਇਹ 5 ਜਨਵਰੀ ਨੂੰ ਚੁਣਿਆ ਗਿਆ ਕਿ ਇਹਦੀ ਜਾਣਕਾਰੀ ਪ੍ਰੋਪਰ ਟਾਈਮ 'ਤੇ ਪੰਜਾਬ ਸਰਕਾਰ ਨੂੰ ਦਿੱਤੀ ਗਈ। ਜੇਕਰ ਦਿੱਤੀ ਗਈ, ਉਹਨਾਂ ਨੂੰ ਕਿੰਨਾ ਸਮਾਂ ਦਿੱਤਾ ਗਿਆ? ਜੇਕਰ ਇਹ ਰੂਟ 'ਤੇ ਜਿਸ ਰੂਟ 'ਤੇ ਪੁਲ ਦੇ ਉੱਤੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਦਾ ਕਾਫਲਾ ਰੁਕਿਆ ਹੈ, ਉਹਨੂੰ ਰੁਕਿਆ ਨਹੀਂ ਗਿਆ, ਕਿਉਂਕਿ ਉਹਨਾਂ ਦੇ ਉੱਥੇ ਪਹੁੰਚਣ ਤੋਂ ਪਹਿਲਾਂ ਉੱਥੇ ਬਹੁਤ ਵੱਡਾ ਜਿਹੜਾ ਜਨ ਸਮੂਹ ਹੈ ਉਹ ਗੱਡੀਆਂ ਦਾ ਬੈਠਾ ਸੀ। ਸੋ ਇਸ ਕਰਕੇ ਇਹਨੂੰ ਜਿਹੜਾ ਇਹ ਫੇਲੀਅਰ ਹੈ ਜ਼ਿਆਦਾਤਰ ਕੇਂਦਰੀ ਏਜੰਸੀਆਂ ਦਾ ਫੇਲੀਅਰ ਹੈ। ਕੇਂਦਰੀ ਏਜੰਸੀਆਂ, ਗ੍ਰਹਿ ਮੰਤਰਾਲਿਆਂ ਨੇ ਪ੍ਰਧਾਨ ਮੰਤਰੀ ਦੀ ਫੇਰੀ ਕੋਈ ਐਂਡੀ ਸੌਖੀ ਗੱਲ ਤੇ ਹੈ ਨਹੀਂ। ਹਰ ਇੱਕ ਚੀਜ਼ ਨੂੰ ਉਹਨਾਂ ਨੇ ਮਿੰਟ ਤੇ ਮਿਨਿਊਟ ਕਰਨਾ ਹੁੰਦਾ, ਦੇਖਣਾ ਹੁੰਦਾ ਹੈਗਾ, ਤੇ ਉਹਨਾਂ ਦਾ ਸਭ ਤੋਂ ਵੱਡਾ ਜਿਹੜਾ ਸਿਕਿਉਰਿਟੀ ਲੈਪਸ ਹੈਗਾ। ਜੇਕਰ ਕੇਂਦਰੀ ਏਜੰਸੀਆਂ ਦਾ ਫੇਲੀਅਰ ਹੈਗਾ, ਫਿਰ ਇੱਕ ਐਸਐਸਪੀ ਸਾਹਿਬ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਇਸ ਸਾਰੇ ਐਕਸ਼ਨ ਤੋਂ ਬਾਅਦ, ਪ੍ਰਧਾਨ ਮੰਤਰੀ ਸਾਹਿਬ ਦੇ ਵਿਰੋਧ ਤੋਂ ਬਾਅਦ। ਕਾਨੂੰਨੀ ਤੌਰ 'ਤੇ ਦੇਖੀਏ, ਤੁਸੀਂ ਕਹਿ ਰਹੇ ਹੋ ਕਿ ਫੇਲੀਅਰ ਜਿਹੜਾ ਕੇਂਦਰੀ ਏਜੰਸੀਆਂ ਦਾ, ਫਿਰ ਉਸ ਦੀ ਗਾਜ ਇੱਕ ਪੰਜਾਬ ਦੇ ਆਫੀਸਰ ਦੇ ਉੱਪਰ ਗਿਰ ਜਾਣੀ ਕਿੰਨੀ ਕੁ ਜਾਇਜ਼? ਦੇਖੋ, ਪੰਜਾਬ ਦੇ ਐਸਐਸਪੀ ਨੂੰ ਸਸਪੈਂਡ ਕਰਨਾ ਇਹ ਪੰਜਾਬ ਸਰਕਾਰ ਦੇ ਹੱਥ ਹੈ, ਉਹਨਾਂ ਨੇ ਕਰਨਾ ਹੈ ਜਾਂ ਨਹੀਂ ਕਰਨਾ। ਕੇਂਦਰ ਦਾ ਜਿਹੜੀ ਇੱਕ ਰਿਪੋਰਟ ਹੈਗੀ ਹੈ, ਹੁਣ ਕੇਂਦਰ ਨੇ ਪੰਜਾਬ ਸਰਕਾਰ ਤੋਂ ਰਿਪੋਰਟ ਮੰਗਾਈ ਹੈ, ਉਹ ਰਿਪੋਰਟ ਰੱਖੀ ਜਾਏਗੀ ਕਿ ਉਹਦੇ ਵਿੱਚ ਕਿਹਦਾ ਵਿਸਤ੍ਰਿਤ ਤੌਰ 'ਤੇ ਕਿਹਦਾ ਦੋਸ਼ ਹੈ। ਅਲੱਗ ਤੌਰ 'ਤੇ ਕੇਂਦਰੀ ਏਜੰਸੀਆਂ ਵੀ ਇਸ ਗੱਲ ਦੀ ਜਿਹੜੀ ਹੈ ਚੰਗੀ ਤਰ੍ਹਾਂ ਘੋਖ ਛਾਣਬੀਣ ਕਰਨਗੀਆਂ। ਜੇਕਰ ਤੁਸੀਂ ਐਨਾਲਿਸਿਸ ਕਰੋ, ਅਗਰ ਪੰਜਾਬ ਸਰਕਾਰ ਐਸਐਸਪੀ ਨੂੰ ਸਸਪੈਂਡ ਕਰ ਦਿੰਦੀ ਹੈ ਤਾਂ ਡਜ਼ ਨਾਟ ਮੀਨ ਕਿ ਪੰਜਾਬ ਸਰਕਾਰ ਦੋਸ਼ੀ ਹੈ। ਇਸ ਦਾ ਮਤਲਬ ਇਹ ਨਹੀਂ ਕਿ ਪੰਜਾਬ ਸਰਕਾਰ ਦੋਸ਼ੀ ਹੈ ਜਾਂ ਉਹ ਐਸਐਸਪੀ ਦੋਸ਼ੀ ਹੈ। ਲੈਟ ਇਨਕੁਆਇਰੀ ਆਏਗੀ, ਉਹਦੇ 'ਚ ਸਾਹਮਣੇ ਆ ਜਾਏਗਾ। ਜਦੋਂ ਸਾਰੀਆਂ ਰਿਪੋਰਟਸ ਆਉਣਗੀਆਂ ਵੀ ਕਿਹੜਾ ਰੂਟ ਤੈਅ ਕੀਤਾ ਗਿਆ ਸੀ, ਕਿੰਨੇ ਮਿੰਟ ਪਹਿਲਾਂ ਕਿਹਨੇ ਰੂਟ ਬਦਲਿਆ, ਕੀ ਉਹਦੀ ਪ੍ਰੋਪਰ ਜਾਣਕਾਰੀ ਪੰਜਾਬ ਮੰਤਰਾਲਿਆਂ ਨੂੰ ਦਿੱਤੀ ਗਈ ਕਿ ਨਹੀਂ ਦਿੱਤੀ ਗਈ, ਇਹ ਜਦੋਂ ਸਾਰੀਆਂ ਗੱਲਾਂ ਸਾਹਮਣੇ ਆਉਣਗੀਆਂ ਉਸ ਤੋਂ ਬਾਅਦ ਜਿਹੜਾ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋ ਜਾਊਗਾ। ਪਹਿਲਾਂ ਵੀ ਕਈ ਵਾਰ ਪੰਜਾਬ ਦੇ ਵਿੱਚ ਜਿਹੜਾ ਰਾਸ਼ਟਰਪਤੀ ਰਾਜ ਲਗਾਇਆ ਜਾਂਦਾ ਰਿਹਾ, ਸਮੇਂ-ਸਮੇਂ 'ਤੇ ਲੱਗਦਾ ਰਿਹਾ। ਜੇਕਰ ਹੁਣ ਗੱਲ ਕਰੀਏ ਪ੍ਰਕਿਰਿਆ ਦੀ, ਪ੍ਰਕਿਰਿਆ ਕੀ ਹੁੰਦੀ ਆ ਰਾਸ਼ਟਰਪਤੀ ਰਾਜ ਲਗਾਉਣ ਦੀ? ਕਾਨੂੰਨੀ ਪ੍ਰਕਿਰਿਆ ਕੀ ਹੁੰਦੀ ਆ? ਕੀ ਅੜਚਣਾਂ ਇਹਦੇ ਵਿੱਚ ਆ ਸਕਦੀਆਂ ਨੇ, ਜਾਂ ਕਿੰਨੀ ਛੇਤੀ, ਕਿੰਨੇ ਘੱਟ ਸਮੇਂ ਦੇ ਵਿੱਚ ਇੱਕ ਸਟੇਟ ਨੂੰ ਰਾਸ਼ਟਰਪਤੀ ਰਾਜ ਦੇ ਹਵਾਲੇ ਕੀਤਾ ਜਾ ਸਕਦਾ? ਦੇਖੋ, ਜਦੋਂ ਰਾਸ਼ਟਰਪਤੀ, ਵੈਸੇ ਤਾਂ ਉਹਨਾਂ ਨੇ ਗਵਰਨਰ ਦੀ ਰਿਪੋਰਟ ਮੰਗਾਉਣੀ ਹੁੰਦੀ ਹੈ। ਗਵਰਨਰ ਦੀ ਰਿਪੋਰਟ ਅਗਰ ਜਾਂਦੀ ਹੈ, ਅਗਰ ਧਾਰਾ 356 ਔਰ 365 ਦੇ ਵਿੱਚ ਇਹ ਚੀਜ਼ ਰਿਪੋਰਟ ਉਹਨਾਂ ਦੀ ਫਾਲ ਕਰਦੀ ਆ,
ਤਾਂ ਜਿਹੜਾ ਰਾਸ਼ਟਰਪਤੀ ਰਾਜ ਆ ਰਾਸ਼ਟਰਪਤੀ ਲਗਾ ਸਕਦੇ ਨੇ। ਪਰ ਮੈਂ ਤੁਹਾਨੂੰ ਜਾਣਕਾਰੀ ਲਈ ਦੱਸ ਦੇਵਾਂ, ਸੰਵਿਧਾਨ ਦੇ ਵਿੱਚ ਰਾਸ਼ਟਰਪਤੀ ਰਾਜ ਦਾ ਕਿਤੇ ਜ਼ਿਕਰ ਨਹੀਂ ਹੈ। ਖਾਲੀ ਜਿਹੜਾ ਹੈਗਾ ਐਮਰਜੈਂਸੀ ਲੱਗ ਜਾਂਦੀ ਹੈ ਜਿਹਨੂੰ ਕਹਿੰਦੇ ਆ, ਰਾਸ਼ਟਰਪਤੀ ਦੀ ਸਿਰਫ ਸਾਈਨ ਕਰਨ ਦੇ ਨਾਲ ਉਹਨੂੰ ਲੋਕਤੰਤਰਿਕ ਪ੍ਰਵਾਹ ਦੇ ਵਿੱਚ ਅਸੀਂ ਰਾਸ਼ਟਰਪਤੀ ਰਾਜ ਜਿਹੜਾ ਕਿਹਾ ਜਾਂਦਾ ਹੈਗਾ। ਤੇ ਰਾਸ਼ਟਰਪਤੀ ਰਾਜ ਜਦੋਂ ਲਗਾਇਆ ਜਾਂਦਾ ਹੈਗਾ ਤਾਂ ਉਹਦੀ ਨਿਆਇਕ ਸਮੀਖਿਆ ਜਿਹੜੀ ਹੈ ਉਹ ਸੁਪਰੀਮ ਕੋਰਟ ਕਰਨ ਦਾ ਅਧਿਕਾਰ ਹੈ। ਮਤਲਬ ਚੈਲੰਜ ਜੇਕਰ ਕਿਸੇ ਸਟੇਟ ਦੇ ਵਿੱਚ ਰਾਸ਼ਟਰਪਤੀ ਰਾਜ ਲਗਾ ਦਿੱਤਾ ਜਾਂਦਾ ਹੈ ਤਾਂ ਉਸ ਨੂੰ ਨਿਆਂਪਾਲਿਕਾ ਦੇ ਵਿੱਚ ਮਾਣਯੋਗ ਸੁਪਰੀਮ ਕੋਰਟ ਦੇ ਵਿੱਚ ਚੈਲੰਜ ਕੀਤਾ ਜਾ ਸਕਦਾ ਹੈ। ਬਿਲਕੁਲ ਜੀ, SR ਮੁੰਬਈ ਕੇਸ ਦੇ ਵਿੱਚ ਇਹ ਹੋਇਆ ਸੀਗਾ ਕਿ ਰਾਸ਼ਟਰਪਤੀ ਰਾਜ ਨੂੰ ਕਿਵੇਂ ਜਿਹੜੀ ਨਿਆਂਪਾਲਿਕਾ ਹੈ ਉਹ ਆਪਣੇ ਸੰਵਿਧਾਨ ਦੇ ਦਾਇਰੇ ਵਿੱਚ ਰਹਿ ਕੇ ਘੋਖ ਪਰਖ ਸਕਦੀ ਹੈ। ਕਿਉਂਕਿ ਬਹੁਤ ਸਟੇਟਾਂ ਦੇ ਵਿੱਚ ਹੋਇਆ ਕਿ ਵੈਂਡਾਟਾ ਪੋਲਿਟਿਕਸ ਹੁੰਦੀ ਹੈਗੀ ਹੈ, ਵਿਰੋਧੀ ਪਾਰਟੀਆਂ ਦੇ ਖਿਲਾਫ ਜਿਹੜੀਆਂ ਕੇਂਦਰ ਸਰਕਾਰਾਂ ਨੇ ਉਹਨਾਂ ਦਾ ਲੋਕਤੰਤਰਿਕ ਰਾਈਟ ਖਤਮ ਕਰਨ ਦੇ ਲਈ ਮਿਸਯੂਜ਼ ਕਰਦੀਆਂ ਨੇ। ਇਵਨ ਇਤਿਹਾਸ ਦੇ ਵਿੱਚ ਪਹਿਲਾਂ ਵੀ ਅਸੀਂ ਦੇਖਿਆ ਵੀ ਜਦੋਂ ਇੰਦਰਾ ਗਾਂਧੀ ਦਾ ਕਾਂਗਰਸ ਦਾ ਮੈਜੋਰਟੀ ਦਾ ਦੌਰ ਰਿਹਾ ਸੀਗਾ ਤਾਂ ਸਭ ਤੋਂ ਜ਼ਿਆਦਾ ਜਿਹੜਾ ਉੱਤਰ ਭਾਰਤ ਨੇ ਇਹਦਾ ਨਤੀਜਾ ਭੁਗਤਿਆ, ਔਰ ਖਾਸ ਕਰ ਪੰਜਾਬ ਨੇ ਜਦੋਂ ਚਾਹਿਆ ਰਾਸ਼ਟਰਪਤੀ ਰਾਜ ਲਾਗੂ ਉਹਨਾਂ ਨੇ ਕੀਤਾ ਗਿਆ। ਰਾਸ਼ਟਰਪਤੀ ਰਾਜ ਜਦੋਂ ਲਾਗੂ ਕਰਨਾ ਹੈ ਤਾਂ ਰਾਸ਼ਟਰਪਤੀ ਦੇ ਉਹਦੇ 'ਤੇ ਉਹਨਾਂ ਨੇ ਅਧਿਆਦੇਸ਼ ਜਾਰੀ ਕਰਨਾ ਹੈ। ਉਸ ਅਧਿਆਦੇਸ਼ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਜੇ ਸੰਸਦ ਚੱਲਦੀ ਆ ਤਾਂ ਦੋਨੋਂ ਸਦਰ ਸਿੰਪਲ ਮੈਜੋਰਟੀ ਨਾਲ ਪਾਸ ਕਰਦੇ ਨੇ। ਜੇਕਰ ਨਹੀਂ ਚੱਲ ਰਹੀ ਸੰਸਦ ਤਾਂ ਉਹ ਸੰਸਦ ਦੁਆਰਾ ਵੀ ਬੁਲਾਈ ਜਾ ਸਕਦੀ ਆ ਉਸ ਦੇ ਸੰਬੰਧ ਦੇ ਵਿੱਚ। ਤੇ ਮੈਕਸਿਮਮ ਜਿਹੜਾ ਰਾਸ਼ਟਰਪਤੀ ਰਾਜ ਆ ਇੱਕ ਸਟੇਟ ਦੇ ਵਿੱਚ ਉਹ 6-6 ਮਹੀਨੇ ਦੇ ਵਕਫੇ ਮਗਰੋਂ 3 ਸਾਲ ਤੱਕ ਲਗਾਇਆ ਜਾ ਸਕਦਾ ਹੈ। ਮਤਲਬ 3 ਸਾਲ ਦਾ ਸਮਾਂ। ਮੇਰਾ ਅਗਲਾ ਸਵਾਲ ਇਹੀ ਸੀ, ਤੁਸੀਂ ਨੇ ਜਵਾਬ ਦੇ ਦਿੱਤਾ ਕਿ ਜ਼ਿਆਦਾ ਤੋਂ ਜ਼ਿਆਦਾ ਸਮਾਂ ਕਿੰਨਾ ਹੋ ਸਕਦਾ, ਇੱਕ ਸਟੇਟ ਨੂੰ ਕਿੰਨੇ ਸਮੇਂ ਦੇ ਲਈ ਰਾਸ਼ਟਰਪਤੀ ਦੇ ਹਵਾਲੇ ਕੀਤਾ ਜਾ ਸਕਦਾ, ਪੰਜਾਬ ਸਰਕਾਰ ਤੋਂ ਪਾਵਰਸ ਜਿਹੜੀਆਂ ਨੇ ਜਾਂ ਹੋਰ ਸਰਕਾਰਾਂ ਤੋਂ ਪਾਵਰਸ ਜਿਹੜੀਆਂ ਲਈਆਂ ਜਾ ਸਕਦੀਆਂ। ਸੰਵਿਧਾਨ ਅਨੁਸਾਰ ਜਿਹੜੀਆਂ ਪਾਵਰਾਂ ਨੇ ਉਹ ਤਾਂ ਬਹੁਤ ਵਾਈਡ ਪਾਵਰਾਂ ਨੇ ਹੈਗੀਆਂ ਨੇ, ਪਰ ਅੱਜ ਦੇ ਦੌਰ ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਰਾਸ਼ਟਰਪਤੀ ਰਾਜ ਲਗਾਉਣਾ ਬਹੁਤ ਔਖਾ ਹੈ ਕਿਉਂਕਿ ਕੁਛ ਹੀ ਦਿਨਾਂ ਦੇ ਵਿੱਚ ਚੋਣ ਜ਼ਾਬਤਾ ਜਿਹੜਾ ਅੱਜ ਕੱਲ੍ਹ 'ਚ ਲੱਗਣ ਵਾਲਾ ਹੈਗਾ। ਤੇ ਜਦੋਂ ਤੱਕ ਭਾਰਤੀ ਚੋਣ ਕਮਿਸ਼ਨ ਇਹ ਰਿਪੋਰਟ ਨਹੀਂ ਦੇ ਦਿੰਦਾ ਕਿ ਪੰਜਾਬ ਦੇ ਵਿੱਚ ਚੋਣਾਂ ਜਿਹੜੀਆਂ ਅਮਨ ਅਮਾਨ ਨਾਲ ਨਹੀਂ ਕਰਾਈਆਂ ਜਾ ਸਕਦੀਆਂ ਜਾਂ ਅਸੰਭਵ ਹੈਗੀਆਂ ਨੇ ਕਰਾਉਣੀਆਂ, ਉਦੋਂ ਇਸ ਸੰਦਰਭ ਦੇ ਵਿੱਚ ਜਿਹੜਾ ਰਾਸ਼ਟਰਪਤੀ ਰਾਜ ਲਗਾਇਆ ਜਾ ਸਕਦਾ ਹੈਗਾ। ਪ੍ਰਧਾਨ ਮੰਤਰੀ ਸਾਹਿਬ ਦੀ ਫੇਰੀ ਰੱਦ ਹੋਣਾ ਜਾਂ ਕੋਈ ਸਿਕਿਉਰਿਟੀ ਤੌਰ 'ਤੇ ਲੈਪਸ ਆ ਜਾਣਾ ਕੇਂਦਰੀ ਏਜੰਸੀਆਂ ਦੇ ਵੱਲੋਂ, ਉਹ ਰਾਸ਼ਟਰਪਤੀ ਦਾ ਆਧਾਰ ਨਹੀਂ ਨਹੀਂ ਬਣਦਾ। ਤੁਸੀਂ ਕਿਹਾ ਕਿ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਰਾਸ਼ਟਰਪਤੀ ਰਾਜ ਨਹੀਂ ਲੱਗ ਸਕਦਾ ਪੰਜਾਬ ਦੀ ਸਿਆਸਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ। ਕੱਲ੍ਹ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਾਣਯੋਗ ਕੈਪਟਨ ਅਮਰਿੰਦਰ ਸਿੰਘ ਜੀ ਨੇ ਡਿਮਾਂਡ ਕਰ ਦਿੱਤੀ ਸਟੇਜ ਦੇ ਉੱਪਰੋਂ ਕਿ ਰਾਸ਼ਟਰਪਤੀ ਰਾਜ ਲਗਾਇਆ ਜਾਵੇ। ਫਿਰ ਆਪਾਂ ਕੀ ਸਮਝੀਏ ਕਿ ਐਡੇ ਪੁਰਾਣੇ ਸਿਆਸਤਦਾਨ ਨੇ ਸਟੇਜ ਦੇ ਉੱਪਰੋਂ ਇਸ ਤਰ੍ਹਾਂ ਡਿਮਾਂਡ ਕਰ ਦੇਣੀ ਕਿ ਰਾਸ਼ਟਰਪਤੀ ਰਾਜ ਲਗਾਇਆ ਜਾਵੇ? ਕਿ ਇੱਕ ਸਿਰਫ ਸਿਆਸੀ ਰੋਟੀਆਂ ਸੇਕਣ ਦਾ ਪ੍ਰਕਿਰਿਆ ਹੈਗੀ ਜਾਂ ਕਾਨੂੰਨ ਦੀ ਉਹਨਾਂ ਨੂੰ ਨੌਲੇਜ ਆਪਾਂ ਕਹਿ ਸਕਦੇ ਹਾਂ ਕਿ ਕਿਤੇ ਨਾ ਕਿਤੇ ਉਹ ਮਿਸਗਾਈਡ ਹੋ ਗਏ ਨੇ, ਉਹਨਾਂ ਨੂੰ ਸਮਝ ਨਹੀਂ ਆਈ ਇਸ ਕਾਨੂੰਨ ਦੀ? ਦੇਖੋ, ਸਿਆਸਤ ਔਰ ਕਾਨੂੰਨ ਬਹੁਤ ਅਲੱਗ-ਅਲੱਗ ਚੀਜ਼ਾਂ ਨੇ। ਉਹ ਸਿਰਫ ਅਸੀਂ ਵੀ ਜਾਣਦੇ ਹਾਂ ਕਿ ਉਹਨਾਂ ਦਾ ਜਿਸ ਤਰ੍ਹਾਂ ਉਹਨਾਂ ਨੂੰ ਬੇਇੱਜ਼ਤ ਕਰਕੇ ਲਾਇਆ ਗਿਆ, ਜਿਸ ਤਰ੍ਹਾਂ ਉਹਨਾਂ ਨੇ ਮਹਿਸੂਸ ਕਰਿਆ, ਚਾਹੇ ਉਹਨਾਂ ਦੀ ਗੌਰਮੈਂਟ ਦਾ ਫੇਲੀਅਰ ਸੀ, ਚਾਹੇ ਉਹਨਾਂ ਦੀ ਹਾਈ ਕਮਾਂਡ ਦਾ ਉਹਨਾਂ ਨੂੰ ਆਦੇਸ਼ ਸੀ, ਚਾਹੇ ਉਹ ਖੁਦ ਫੇਲੀਅਰ ਰਹੇ ਆਪਣੇ ਸਿਸਟਮ ਦੇ ਵਿੱਚ, ਆਪਣੇ ਰਾਜ ਦੇ ਵਿੱਚ। ਇਸ ਸਮੇਂ ਜਿਹੜੀ ਉਹਨਾਂ ਦਾ ਇਹ ਬਿਆਨ ਆ ਬਹੁਤ ਹੀ ਹਾਸੋਹੀਣ ਔਰ ਗੈਰ ਤਰਕਪੂਰਕ, ਕਿਉਂਕਿ ਪੰਜਾਬ ਦੀ ਨਿਗਾਹ ਦੇ ਵਿੱਚ ਅਗਰ ਤੁਸੀਂ ਪੰਜਾਬ ਦੇ ਨਾਲੋਂ ਵੱਧ ਕ੍ਰਾਈਮ ਅੱਜ ਦੀ ਡੇਟ ਦੇ ਵਿੱਚ ਦਿੱਲੀ, ਯੂਪੀ, ਮਹਾਰਾਸ਼ਟਰ ਔਰ ਜਿੱਥੇ ਆਪਾਂ ਕਹਿ ਸਕਦੇ ਹਾਂ ਕਿ ਪਿਛਲੇ 20 ਸਾਲਾਂ ਤੋਂ ਗੁਜਰਾਤ ਦੇ ਵਿੱਚ BJP ਦੀ ਸਰਕਾਰ ਹੈ, ਪੰਜਾਬ ਨਾਲੋਂ ਵੱਧ ਉੱਥੇ ਕ੍ਰਾਈਮ ਰੇਟ ਆ। ਤਾਂ ਉਹਨਾਂ ਹਾਲਾਤਾਂ ਦੇ ਵਿੱਚ ਅਗਰ ਪੰਜਾਬ ਸਭ ਤੋਂ ਸ਼ਾਂਤ ਸਟੇਟ ਅੱਜ ਹੈਗੀ ਹੈ ਇਹਨਾਂ ਦੇ ਵਿੱਚ, ਤਾਂ ਜਿਹੜੀ ਰਾਸ਼ਟਰਪਤੀ ਰਾਜ ਲਗਾਉਣ ਦੀ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਬੋਲਣੀ ਹੈ ਉਹ ਪੰਜਾਬ ਦੇ ਖਿਲਾਫ ਹੈ। ਸਿਰਫ ਤੇ ਸਿਰਫ ਉਹਨਾਂ ਦੇ ਨਿੱਜੀ ਤੌਰ 'ਤੇ ਜਿਹੜੇ ਸਿਆਸੀ ਹਿੱਤ ਹੈ ਆਉਣ ਵਾਲੇ, ਉਹਨਾਂ ਨੂੰ ਰੱਖ ਕੇ ਦਿੱਤੀ ਗਈ ਹੈ। ਬਹੁਤ ਬਹੁਤ ਸ਼ੁਕਰੀਆ ਵਕੀਲ ਸਾਹਿਬ, ਆਪਣਾ ਕੀਮਤੀ ਸਮਾਂ ਸਾਡੇ ਨਾਲ ਸਾਂਝਾ ਕਰਨ ਲਈ ਬਹੁਤ ਧੰਨਵਾਦ। ਸੋ ਦੋਸਤੋ, ਐਡਵੋਕੇਟ ਸਾਹਿਬ ਨੂੰ ਤੁਸੀਂ ਨੇ ਸੁਣਿਆ ਕਿ ਜੋ ਪੰਜਾਬ ਦੀ ਮੌਜੂਦਾ ਸਥਿਤੀ ਬਣਦੀ ਜਾ ਰਹੀ ਆ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਾਪਸੀ ਤੋਂ ਬਾਅਦ, ਇਸ ਨੂੰ ਦੇਖਦੇ ਹੋਏ ਜੇਕਰ ਸੰਵਿਧਾਨਕ ਤੌਰ 'ਤੇ ਗੱਲ ਕਰੀਏ ਜਾਂ ਕਾਨੂੰਨੀ ਤੌਰ 'ਤੇ ਗੱਲ ਕਰੀਏ, ਪੰਜਾਬ ਦੇ ਵਿੱਚ ਸਥਿਤੀ ਇੰਨੀ ਖਰਾਬ ਨਹੀਂ ਕਿ ਪੰਜਾਬ ਨੂੰ ਰਾਸ਼ਟਰਪਤੀ ਦੇ ਹਵਾਲੇ ਕੀਤਾ ਜਾ ਸਕੇ। ਰਾਸ਼ਟਰਪਤੀ ਦੇ ਰਾਜ ਦੀਆਂ
ਕਾਨੂੰਨੀ ਪ੍ਰਕਿਰਿਆ ਵੀ ਵਕੀਲ ਸਾਹਿਬ ਨੇ ਚਾਨਣਾ ਪਾਉਣ ਦੀ ਕੋਸ਼ਿਸ਼ ਕੀਤੀ। ਆਸ ਕਰਦੇ ਹਾਂ ਤੁਹਾਨੂੰ ਸਾਡੀ ਵਕੀਲ ਸਾਹਿਬ ਦੇ ਨਾਲ ਇਹ ਗੱਲਬਾਤ ਪਸੰਦ ਆਈ ਹੋਊਗੀ। ਅਗਲੀ ਅਪਡੇਟ ਲੈ ਕੇ ਬਹੁਤ ਜਲਦੀ ਤੁਹਾਡੇ ਤੱਕ ਪਹੁੰਚਦੇ ਹਾਂ। ਮੰਨੂ ਸੰਸਾਰਦੀਪ ਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ।